ਤੁਹਾਡੇ ਨਾਲ ਇੱਕ ਸਿੰਗਲ ਪਰਸਨ, ਇੱਕ ਸਿੰਗਲ ਫਾਰਮਰ ਦੀ ਗੱਲ ਕਰ ਰਹੇ ਕਿ ਇੱਕ ਸਿੰਗਲ ਫਾਰਮਰ ਆਪਣੀ ਕਿੰਨੀ ਵੀਟ ਮਾਰਕੀਟ ਦੇ ਵਿੱਚ ਕਰੰਟ ਪ੍ਰਾਈਸ ਦੇ ਉੱਪਰ ਸੈੱਲ ਕਰਨ ਦੇ ਲਈ ਰੈਡੀ ਆ, ਉਹਨੂੰ ਕੀ ਬੋਲਾਂਗੇ ਆਪਾਂ, ਇੰਡੀਵਿਜੂਅਲ ਸਪਲਾਈ। ਤਾਂ ਜੇਕਰ ਆਪਾਂ ਓਵਰਆਲ ਸਾਰੇ ਪੰਜਾਬ ਦੇ ਜਿੰਨੇ ਫਾਰਮਰਸ ਨੇ ਉਹਨਾਂ ਨੂੰ ਕੰਬਾਈਨ ਦੇ ਵਿੱਚ ਦੇਖੀਏ ਕਿ ਉਹ ਸਾਰੇ ਪਰਸਨ ਜਿੰਨੇ ਵੀ ਫਾਰਮਰ ਨੇ ਮਾਰਕੀਟ ਦੇ ਵਿੱਚ ਕਿੰਨੀ ਵੀਟ ਸੈੱਲ ਕਰਨ ਦੇ ਲਈ ਰੈਡੀ ਨੇ ਕਰੰਟ ਪ੍ਰਾਈਸ ਦੇ ਉੱਪਰ, ਉਹਨੂੰ ਕੀ ਬੋਲਾਂਗੇ ਆਪਾਂ, ਮਾਰਕੀਟ ਸਪਲਾਈ। ਠੀਕ ਹੈ ਜੀ, ਸਮਝ ਲੱਗੀ ਬੇਟਾ। ਇੰਡੀਵਿਜੂਅਲ ਸਪਲਾਈ ਐਂਡ ਮਾਰਕੀਟ ਸਪਲਾਈ ਇਹ ਹੁੰਦੀ ਹੈ ਸਿੰਗਲ ਪਰਸਨ ਦੁਆਰਾ, ਜਿਹੜਾ ਇੱਕ ਸਿੰਗਲ ਪਰਸਨ ਸੈੱਲ ਕਰਨ ਦੇ ਲਈ ਰੈਡੀ ਆ। ਤੇ ਇਹ ਕੀ ਆ, ਜਿਹੜੇ ਸਾਰੇ ਪਰਸਨ ਜਿੰਨੇ ਵੀ ਜੋ ਪ੍ਰੋਡਕਸ਼ਨ ਕਰ ਰਹੇ ਨੇ ਜਾਂ ਮੈਨੂਫੈਕਚਰ ਕਰ ਰਹੇ ਨੇ ਉਹ ਗੁੱਡਸ ਨੂੰ ਜਾਂ ਜੋ ਉਹਨਾਂ ਨੇ ਵਸਤੂਆਂ ਰੈਡੀ ਕੀਤੀਆਂ ਨੇ ਉਹਨਾਂ ਨੂੰ ਕਰੰਟ ਮਾਰਕੀਟ ਪ੍ਰਾਈਸ ਦੇ ਉੱਪਰ ਸੈੱਲ ਕਰਨ ਦੇ ਲਈ ਰੈਡੀ ਨੇ। ਜਿਵੇਂ ਜਿੰਨੀਆਂ ਵੀ ਫਰਮਸ ਹੋਣਗੇ 1 2 3 4 5 ਜਿੰਨੀਆਂ ਵੀ ਜੋ ਟੋਟਲ ਓਵਰਆਲ ਉਹਨਾਂ ਦੇ ਆਪਾਂ ਕੋਲੈਬੋਰੇਸ਼ਨ ਨੂੰ ਜਾਂ ਕੰਬਾਈਨ ਦੇ ਵਿੱਚ ਉਹਨਾਂ ਨੂੰ ਟੋਟਲ ਕਰਾਂਗੇ ਤਾਂ ਉਹਨੂੰ ਕੀ ਉਹ ਕੀ ਆ ਜਾਏਗਾ ਆਪਣੇ ਕੋਲ, ਮਾਰਕੀਟ ਸਪਲਾਈ। ਹਾਂਜੀ, ਨੈਕਸਟ ਬੇਟਾ ਆਪਣੇ ਕੋਲ ਕੀ ਹੈ, ਸਪਲਾਈ ਸ਼ਡਿਊਲ। ਨੈਕਸਟ ਸੇਮ ਵੇ ਦੇ ਨਾਲ ਆਪਾਂ ਸਪਲਾਈ ਸ਼ਡਿਊਲ ਨੂੰ ਵੀ 2 ਪਾਰਟ ਦੇ ਵਿੱਚ ਡਿਵਾਈਡ ਕੀਤਾ ਹੈ, ਇੰਡੀਵਿਜੂਅਲ ਸਪਲਾਈ ਐਂਡ ਮਾਰਕੀਟ ਸਪਲਾਈ। ਕਿਹੜੀ, ਇੰਡੀਵਿਜੂਅਲ ਸਪਲਾਈ ਐਂਡ ਮਾਰਕੀਟ ਸਪਲਾਈ। ਇੰਡੀਵਿਜੂਅਲ ਦੇ ਵਿੱਚ ਆਪਾਂ ਸਿੰਗਲ ਪਰਸਨ ਦੀ ਗੱਲ ਕਰ ਰਹੇ ਹਾਂ ਕਿ ਇੱਕ ਇੰਡੀਵਿਜੂਅਲ ਪਰਸਨ ਦੀ ਅਲੱਗ-ਅਲੱਗ ਪ੍ਰਾਈਸ ਦੇ ਉੱਪਰ ਉਹ ਕਿੰਨੇ ਯੂਨਿਟ ਮਾਰਕੀਟ ਦੇ ਵਿੱਚ ਸਪਲਾਈ ਕਰਨ ਦੇ ਲਈ ਰੈਡੀ ਆ। ਫੋਰ ਐਗਜ਼ਾਮਪਲ ਜੇਕਰ ਇੱਕ ਸਿੰਗਲ ਫਾਰਮਰ ਦੀ ਗੱਲ ਕਰੀਏ ਤਾਂ ਜੇਕਰ ਪ੍ਰਾਈਸ 5 ਰੁਪੀਜ਼ ਹੋਵੇ ਤਾਂ ਉਹ ਕੋਈ ਵੀ ਯੂਨਿਟ ਮਾਰਕੀਟ ਦੇ ਵਿੱਚ ਸੈੱਲ ਕਰਨ ਦੇ ਲਈ ਨਹੀਂ ਰੈਡੀ। ਜੇਕਰ ਪ੍ਰਾਈਸ 5 to 10 ਹੋ ਜੇ ਤਾਂ ਉਹ 2 ਯੂਨਿਟ ਆਪਣੀ ਜੋ ਵੀਟ ਹੈ ਜਾਂ 2 kg ਵੀਟ ਹੈ ਜਾਂ 2 ਕੁਇੰਟਲ ਵੀਟ ਹੈ ਉਹਨੂੰ ਮਾਰਕੀਟ ਦੇ ਵਿੱਚ ਸੈੱਲ ਕਰਨ ਦੇ ਲਈ ਰੈਡੀ ਹੈ। ਜੇਕਰ ਪ੍ਰਾਈਸ ਹੋਰ ਇਨਕਰੀਜ਼ ਹੋ ਜੇ 15 ਰੁਪੀਜ਼ ਹੋ ਜੇ ਤਾਂ ਉਹ 4 kg ਸੈੱਲ ਕਰਨ ਦੇ ਲਈ ਰੈਡੀ ਆ। ਜੇਕਰ ਹੋਰ ਇਨਕਰੀਜ਼ ਹੋ ਜੇ 20 ਹੋ ਜੇ 15 to 20 ਹੋ ਜੇ ਤਾਂ ਉਹ 6 ਯੂਨਿਟ ਸੈੱਲ ਕਰਨ ਦੇ ਲਈ ਰੈਡੀ ਆ। 20 ਤੋਂ ਫਿਰ ਇਨਕਰੀਜ਼ ਹੋ ਜੇ 25 ਹੋ ਗਿਆ ਤਾਂ ਉਹ ਆਪਣੇ 8 ਯੂਨਿਟ ਜੋ ਉਹਦੇ ਕੋਲ ਗੁੱਡਸ ਦੇ ਸੀਗੇ ਜਾਂ ਕੋਈ ਵੀ ਵਸਤੂ ਸੀਗੀ, ਵੀਟ ਸੀਗੀ, ਰਾਈਸ ਸੀਗੀ ਜਾਂ ਕੋਈ ਉਹ ਪ੍ਰੋਡਕਸ਼ਨ ਕਰ ਰਿਹਾ ਹੈ ਜਾਂ ਪ੍ਰੋਡਕਸ਼ਨ ਹਾਊਸ ਹੈ ਉਹਨੂੰ ਆਪਣੇ ਉਹ 8 ਯੂਨਿਟ ਕਰੰਟ ਪ੍ਰਾਈਸ ਦੇ ਉੱਪਰ ਜੋ ਕਿ 25 ਹੈ ਉਹਦੇ ਉੱਪਰ ਸੈੱਲ ਕਰਨ ਦੇ ਲਈ ਰੈਡੀ ਹੈ। ਇਹ ਸੀਗੀ ਇੱਕ ਇੰਡੀਵਿਜੂਅਲ ਸਪਲਾਈ ਸ਼ਡਿਊਲ। ਨੈਕਸਟ ਆਪਣੇ ਕੋਲ ਕੀ ਆ ਜਾਂਦਾ ਹੈ, ਮਾਰਕੀਟ ਸਪਲਾਈ ਸ਼ਡਿਊਲ। ਹਾਂਜੀ, ਜਿਵੇਂ ਕਿ ਮਾਰਕੀਟ ਦੇ ਵਿੱਚ ਆਪਾਂ ਕੀਤਾ ਸੀ ਕਿ ਆਪਾਂ ਅਲੱਗ-ਅਲੱਗ ਫਰਮਸ ਦਾ ਕੰਬਾਈਨ ਦੇ ਵਿੱਚ ਕਰਦੇ ਹਾਂ। ਹੁਣ ਆਪਾਂ ਐਗਜ਼ਾਮਪਲ ਦੇ ਵਿੱਚ ਸਿਰਫ 2 ਹੀ ਫਰਮ ਲੈ ਰਹੇ ਹਾਂ, ਫਰਮ A ਐਂਡ ਫਰਮ B, ਕਿ ਦੋਨੋਂ ਅਲੱਗ-ਅਲੱਗ ਪ੍ਰਾਈਸ ਦੇ ਉੱਪਰ ਕਿੰਨੇ ਯੂਨਿਟ ਸੈੱਲ ਕਰਨ ਦੇ ਲਈ ਰੈਡੀ ਨੇ। ਫੋਰ ਐਗਜ਼ਾਮਪਲ 5 ਰੁਪੀਜ਼ ਦੇ ਉੱਪਰ ਦੋਨੋਂ ਫਰਮ ਕੰਬਾਈਨ ਦੇ ਵਿੱਚ 1 ਯੂਨਿਟ ਸੈੱਲ ਕਰਨ ਦੇ ਲਈ ਰੈਡੀ ਨੇ। 10 ਰੁਪੀਜ਼ ਦੇ ਉੱਪਰ 2A ਫਰਮ ਐਂਡ 3B ਫਰਮ ਦੋਨੋਂ ਸੈੱਲ ਕਰਨ ਦੇ ਲਈ ਰੈਡੀ ਨੇ। ਟੋਟਲ ਯੂਨਿਟ ਕਿੰਨੇ ਹੋ ਗਏ ਬੇਟਾ, 5। ਇਸੇ ਤਰ੍ਹਾਂ ਆਪਾਂ ਅਲੱਗ-ਅਲੱਗ ਪ੍ਰਾਈਸ ਦੇ ਉੱਪਰ ਇਹਨਾਂ ਨੂੰ ਕੈਲਕੂਲੇਟ ਕਰ ਲਾਂਗੇ ਕਿ ਅਲੱਗ-ਅਲੱਗ ਫਰਮਸ ਅਲੱਗ-ਅਲੱਗ ਪ੍ਰਾਈਸ ਦੇ ਉੱਪਰ ਕਿੰਨੇ ਯੂਨਿਟ ਸੈੱਲ ਕਰਨ ਦੇ ਲਈ ਰੈਡੀ ਨੇ ਤੇ ਉਹਨਾਂ ਦਾ ਜੋ ਟੋਟਲ ਕਰਾਂਗੇ ਉਹ ਕੀ ਆ ਜਾਏਗਾ ਆਪਣੇ ਕੋਲ, ਮਾਰਕੀਟ ਸਪਲਾਈ। ਨੈਕਸਟ ਹੈ ਤੁਹਾਡੇ ਕੋਲ ਸਪਲਾਈ ਕਰਵ। ਸੇਮ ਵੇ ਕਿ ਜੋ ਆਪਣੇ ਕੋਲ ਇੰਡੀਵਿਜੂਅਲ ਐਂਡ ਮਾਰਕੀਟ ਜੋ ਸ਼ਡਿਊਲ ਹੈ ਉਹਨੂੰ ਬੇਟਾ ਆਪਾਂ ਨੈਕਸਟ ਇੰਡੀਵਿਜੂਅਲ ਕਰਵ ਐਂਡ ਮਾਰਕੀਟ ਕਰਵ ਦੇ ਵਿੱਚ ਕਨਵਰਟ ਕਰ ਦਾਂਗੇ। ਜੇਕਰ ਆਪਾਂ ਡਾਟਾ ਨੂੰ ਟੇਬਲ ਦੀ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰ ਰਹੇ ਹਾਂ, ਟੇਬਲ ਦੀ ਫਾਰਮ 'ਚ ਰਿਪਰੈਜ਼ੈਂਟ ਕਰ ਰਹੇ ਸੀ ਨਾ ਅਲੱਗ-ਅਲੱਗ ਪ੍ਰਾਈਸ ਦੇ ਉੱਪਰ ਉਹ ਕਿੰਨੇ ਕੁਆਂਟੀਟੀ ਯੂਨਿਟ ਕਰਨ ਦੇ ਲਈ ਰੈਡੀ ਨੇ, ਉਹ ਕੀ ਹੋ ਗਿਆ ਆਪਣੇ ਟੇਬਲ ਫਾਰਮ ਦੇ ਵਿੱਚ ਸੀਗਾ। ਨੈਕਸਟ ਆਪਾਂ ਜਦੋਂ ਉਹੀ ਡਾਟੇ ਨੂੰ ਗ੍ਰਾਫ ਦੀ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਏਗਾ, ਉਹ ਸਪਲਾਈ ਕਰਵ। ਪਹਿਲੇ ਆਪਣੇ ਕੋਲ ਕੀ ਹੈ, ਇੰਡੀਵਿਜੂਅਲ ਸਪਲਾਈ। ਕਿ ਇੰਡੀਵਿਜੂਅਲ ਸਪਲਾਈ ਕੀ ਹੈ, ਅਲੱਗ-ਅਲੱਗ ਪ੍ਰਾਈਸ ਦੇ ਉੱਪਰ ਅਲੱਗ-ਅਲੱਗ ਪ੍ਰਾਈਸ ਹੈ ਜਿਵੇਂ ਕਿ 5 10 20 25 ਉੱਪਰ ਉਹ ਕਿੰਨੇ ਯੂਨਿਟ ਸੈੱਲ ਕਰਨ ਦੇ ਲਈ ਰੈਡੀ ਹੈ। ਇਹ ਕੀ ਆ ਗਿਆ ਆਪਣੇ ਕੋਲ, ਇੰਡੀਵਿਜੂਅਲ ਸਪਲਾਈ ਕਰਵ। ਨੈਕਸਟ ਆਪਣੇ ਕੋਲ ਕੀ ਹੈ, ਮਾਰਕੀਟ ਸਪਲਾਈ ਕਰਵ। ਜਿਵੇਂ ਕਿ ਆਪਣੇ ਕੋਲ ਐਗਜ਼ਾਮਪਲ ਦੇ ਵਿੱਚ 2 ਫਰਮ ਸੀਗੀਆਂ, ਫਰਮ A ਐਂਡ ਫਰਮ B। ਅਲੱਗ-ਅਲੱਗ ਦੋਨਾਂ ਦਾ ਤੇ ਬਾਅਦ ਵਿੱਚ ਉਹਨਾਂ ਨੂੰ ਦੋਨਾਂ ਨੂੰ ਕੰਬਾਈਨ ਕਰਕੇ ਰਿਪਰੈਜ਼ੈਂਟ ਕਰ ਰਹੇ ਕਿ ਅਲੱਗ-ਅਲੱਗ ਪ੍ਰਾਈਸ ਦੇ ਉੱਪਰ ਉਹ ਕਿੰਨੇ ਯੂਨਿਟ ਸੈੱਲ ਕਰਨ ਦੇ ਲਈ ਰੈਡੀ ਨੇ, ਉਹਨੂੰ ਕੀ ਬੋਲਾਂਗੇ ਆਪਾਂ, ਮਾਰਕੀਟ ਸਪਲਾਈ ਕਰਵ। ਉਹੀ ਕਿ ਜੋ ਇੰਡੀਵਿਜੂਅਲ ਡਿਮਾਂਡ ਹੈ ਜੇਕਰ ਆਪਾਂ ਉਹਨੂੰ ਟੇਬਲ ਦੀ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰਦੇ ਹਾਂ ਤਾਂ ਉਹ ਆਪਣੇ ਕੋਲ ਸ਼ਡਿਊਲ ਆ ਜਾਏਗਾ। ਜੇਕਰ ਗ੍ਰਾਫ ਦੀ ਫਾਰਮ ਦੇ ਵਿੱਚ ਉਹਨੂੰ ਆਪਾਂ ਰਿਪਰੈਜ਼ੈਂਟ ਕਰਾਂਗੇ ਤਾਂ ਉਹਨੂੰ ਉਹ ਕੀ ਆ ਜਾਏਗਾ ਆਪਣੇ ਕੋਲ, ਸਪਲਾਈ ਕਰਵ। ਨੈਕਸਟ ਬੇਟਾ ਆਪਣੇ ਕੋਲ ਹੈ ਸਪਲਾਈ ਫੰਕਸ਼ਨ ਔਰ ਸਪਲਾਈ ਐਂਡ ਫੈਕਟਰ ਅਫੈਕਟਿੰਗ ਸਪਲਾਈ। ਕਿ ਕਿਹੜੇ ਫੈਕਟਰ ਨੇ ਜੋ ਕਿ ਮਾਰਕੀਟ ਦੇ ਵਿੱਚ ਸਪਲਾਈ ਨੂੰ ਅਫੈਕਟ ਕਰਦੇ ਨੇ। ਸਭ ਤੋਂ ਪਹਿਲੇ ਬੇਟਾ ਆਪਾਂ ਦੇਖਾਂਗੇ ਕਿ ਸਪਲਾਈ ਇਜ਼ ਅ ਫੈਕਟਰ ਆਫ ਪ੍ਰਾਈਸ ਆਫ ਕਮੋਡਿਟੀ। ਠੀਕ ਹੈ ਜੀ,
कि प्राइस के उपर भी डिपेंड करता है, प्राइस किन्नी है, ज़्यादा है या घट है, इनक्रीज हो रही है या डिक्रीज हो रही है, उनके उपर डिपेंड करता है कि ਆਪਾਂ एक फर्म किन्ने यूनिट मार्केट ਦੇ ਵਿੱਚ ਸੈੱਲ ਕਰਨ ਦੇ ਲਈ ਰੈਡੀ ਹੈ। ਪ੍ਰਾਈਸ ਆਫ ਦਾ ਰਿਲੇਟਡ ਗੁੱਡਸ ਆਪਾਂ ਅਦਰ ਗੁੱਡਸ ਦੀ ਪ੍ਰਾਈਸ ਵੀ ਦੇਖਾਂਗੇ। ਇਸ ਤੋਂ ਇਲਾਵਾ ਟੈਕਨੋਲੋਜੀ, ਫੈਕਟਰ ਪ੍ਰਾਈਸ ਕੀ ਹੁੰਦਾ ਬੇਟਾ ਕਿ ਜੋ ਆਪਾਂ ਨੂੰ ਗੁੱਡਸ ਨੂੰ ਪ੍ਰੋਡਿਊਸ ਕਰਨ ਦੇ ਉੱਪਰ ਟੋਟਲ ਐਕਸਪੈਂਸ ਆ ਰਿਹਾ ਹੈ ਉਹਨੂੰ ਆਪਾਂ ਫੈਕਟਰ ਕਾਸਟ ਬੋਲਦੇ ਹਾਂ। ਫੋਰ ਐਗਜ਼ਾਮਪਲ ਆਪਾਂ ਇੱਕ ਫੈਕਟਰੀ ਲਗਾਈ ਹੈ, ਉਹਦੇ ਵਿੱਚ ਆਪਾਂ ਲੇਬਰ ਰੱਖੀ ਹੋਈ ਹੈ, ਠੀਕ ਹੈ ਜੀ। ਇਸ ਤੋਂ ਇਲਾਵਾ ਮਸ਼ੀਨਰੀ ਲਗਾਈ ਹੋਈ ਹੈ, ਇਲੈਕਟ੍ਰਿਸਿਟੀ ਆਪਾਂ ਦੇ ਰਹੇ ਹਾਂ, ਯੂਜ਼ ਕਰ ਰਹੇ ਹਾਂ। ਜੇਕਰ ਉਹ ਵਾਲੀ ਸਾਰੀ ਕਾਸਟ ਦੇ ਵਿੱਚ ਇਨਕਰੀਜ਼ ਜਾਂ ਡਿਕਰੀਜ਼ ਹੁੰਦਾ ਹੈ, ਉਹਦੇ ਉੱਪਰ ਵੀ ਸਪਲਾਈ ਇਫੈਕਟ ਕਰੇਗੀ। ਜੇਕਰ ਕਾਸਟ ਇਨਕਰੀਜ਼ ਹੋ ਜਾਏਗੀ ਤਾਂ ਉਹਦੇ ਨਾਲ ਕੀ ਹੈ, ਫੈਕਟਰ ਕਾਸਟ ਜ਼ਿਆਦਾ ਹੋ ਜਾਏਗੀ, ਜਿਹਦੇ ਕਰਕੇ ਕੀ ਆਪਾਂ ਨੂੰ ਆਪਣਾ ਪ੍ਰੋਫਿਟ ਘੱਟ ਹੋ ਜਾਏਗਾ। ਇਸ ਤੋਂ ਇਲਾਵਾ ਨੈਕਸਟ ਕੀ ਹੈ, ਗੋਲ ਆਫ ਦਾ ਫਰਮ ਵੈਲਥ ਮੈਕਸੀਮਾਈਜੇਸ਼ਨ ਹੈ ਜਾਂ ਪ੍ਰੋਫਿਟ ਮੈਕਸੀਮਾਈਜੇਸ਼ਨ ਹੈ, ਇਹਨਾਂ ਨੂੰ ਆਪਾਂ ਇਨ ਡਿਟੇਲ ਡਿਸਕਸ ਕਰਦੇ ਹਾਂ ਜੀ। ਨੰਬਰ ਆਫ ਫਰਮਸ, ਐਕਸਪੈਕਟਡ ਪ੍ਰਾਈਸ ਆਫ ਦਾ ਕਮੋਡਿਟੀ, ਗੌਰਮੈਂਟ ਪੋਲਿਸੀਜ਼, ਠੀਕ ਹੈ ਜੀ। ਇਹ ਸਾਰੇ ਫੈਕਟਰ ਨੇ ਜੋ ਕਿ ਸਪਲਾਈ ਨੂੰ ਮਾਰਕੀਟ ਦੇ ਵਿੱਚ ਅਫੈਕਟ ਕਰਦੇ ਨੇ ਕਿ ਸਪਲਾਈ ਜ਼ਿਆਦਾ ਹੋਏਗੀ, ਇਨਕਰੀਜ਼ ਹੋਏਗੀ ਜਾਂ ਡਿਕਰੀਜ਼ ਹੋਏਗੀ। ਸਭ ਤੋਂ ਪਹਿਲੇ ਬੇਟਾ ਪ੍ਰਾਈਸ ਦੀ ਗੱਲ ਕਰਦੇ ਹਾਂ ਕਿ ਪ੍ਰਾਈਸ ਆਫ ਦੀ ਕਮੋਡਿਟੀ ਡਾਇਰੈਕਟਲੀ ਅਫੈਕਟ ਇਟਸ ਸਪਲਾਈ, ਹਾਇਰ ਦਾ ਪ੍ਰਾਈਸ ਹਾਇਰ ਵਿਲ ਬੀ ਦਾ ਕੁਆਂਟਿਟੀ। ਕਿ ਜੇਕਰ ਪ੍ਰਾਈਸ ਜ਼ਿਆਦਾ ਹੋਏਗੀ ਤਾਂ ਕੁਆਂਟਿਟੀ ਸਪਲਾਈ ਵੀ ਜ਼ਿਆਦਾ ਹੋਏਗੀ, ਐਂਡ ਵਾਈਸ ਵਰਸ ਕਿ ਜੇਕਰ ਪ੍ਰਾਈਸ ਘੱਟ ਜਾਏਗੀ ਤਾਂ ਉਹਦੇ ਨਾਲ ਸਪਲਾਈ ਵੀ ਘੱਟ ਹੋਏਗੀ। ਕੋਈ ਵੀ ਪਰਸਨ ਘੱਟ ਪ੍ਰਾਈਸ ਦੇ ਉੱਪਰ ਆਪਣੀ ਗੁੱਡਸ ਨੂੰ ਸੈੱਲ ਕਰਨ ਦੇ ਲਈ ਨਹੀਂ ਰੈਡੀ ਹੋਏਗਾ। ਫੋਰ ਐਗਜ਼ਾਮਪਲ ਆਪਾਂ ਫਾਰਮਰ ਦੀ ਦੇਖਦੇ ਹਾਂ ਕਿ ਬਾਸਮਤੀ ਰਾਈਸ ਨੇ, ਜੇਕਰ ਉਹਦੀ ਪ੍ਰਾਈਸ ਘੱਟ ਹੁੰਦੀ ਹੈ ਤਾਂ ਕੋਈ ਵੀ ਫਾਰਮਰ ਆਪਣੇ ਰਾਈਸ ਨੂੰ ਕਰੰਟ ਪ੍ਰਾਈਸ ਦੇ ਉੱਪਰ ਸੈੱਲ ਕਰਨ ਦੇ ਲਈ ਰੈਡੀ ਨਹੀਂ ਹੋਏਗਾ। ਜੇਕਰ ਉਹਦੀ ਪ੍ਰਾਈਸ ਇਨਕਰੀਜ਼ ਹੋ ਜਾਏਗੀ ਤਾਂ ਹਰ ਇੱਕ ਪਰਸਨ ਆਪਣੀ ਜੋ ਰਾਈਸ ਹੈ ਉਹਨਾਂ ਨੂੰ ਕਰੰਟ ਪ੍ਰਾਈਸ ਦੇ ਉੱਪਰ ਸੈੱਲ ਕਰਨ ਦੇ ਲਈ ਰੈਡੀ ਹੋਏਗਾ। ਇਸ ਕਰਕੇ ਕੀ ਹੈ, ਪ੍ਰਾਈਸ ਦਾ ਇੱਕ ਸਪਲਾਈ ਦੇ ਨਾਲ ਡਾਇਰੈਕਟ ਇਫੈਕਟ ਹੈ ਕਿ ਜੇਕਰ ਪ੍ਰਾਈਸ ਇਨਕਰੀਜ਼ ਹੋਏਗਾ ਤਾਂ ਸਪਲਾਈ ਵੀ ਇਨਕਰੀਜ਼ ਹੋ ਜਾਏਗੀ, ਤੇ ਜੇਕਰ ਪ੍ਰਾਈਸ ਡਿਕਰੀਜ਼ ਹੋਏਗਾ ਤਾਂ ਸਪਲਾਈ ਵੀ ਡਿਕਰੀਜ਼ ਹੋ ਜਾਏਗੀ। ਸੈਕਿੰਡ ਕੀ ਬੇਟਾ, ਪ੍ਰਾਈਸ ਆਫ ਰਿਲੇਟਡ ਕਮੋਡਿਟੀਜ਼। ਕਹਿੰਦੇ ਕਿ ਜਿਹੜੀਆਂ ਰਿਲੇਟਡ ਕਮੋਡਿਟੀ ਹੈ, ਜੇਕਰ ਉਹਨਾਂ ਦਾ ਪ੍ਰਾਈਸ ਇਨਕਰੀਜ਼ ਹੋ ਜਾਂਦਾ ਹੈ ਤਾਂ ਉਹਦੇ ਨਾਲ ਕੀ ਹੋਏਗਾ, ਇਫ ਦਾ ਪ੍ਰਾਈਸ ਆਫ ਦਾ ਸਬਸਟੀਟਿਊਟ ਗੁੱਡਸ ਇਨਕਰੀਜ਼, ਪ੍ਰੋਡਿਊਸਰ ਵਿਲ ਡਿਵਾਈਡ ਦੇਅਰ ਰਿਸੋਰਸਿਸ ਟੂ ਪ੍ਰੋਡਕਸ਼ਨ ਆਫ ਸਬਸਟੀਟਿਊਟ ਗੁੱਡਸ। ਕਿ ਜੇਕਰ ਜਿਹੜੀ ਸਬਸਟੀਟਿਊਟ ਗੁੱਡਸ ਹੈ ਉਹਨਾਂ ਦੀ ਪ੍ਰਾਈਸ ਇਨਕਰੀਜ਼ ਹੋ ਜਾਂਦੀ ਹੈ। ਫੋਰ ਐਗਜ਼ਾਮਪਲ ਕਿ ਆਪਾਂ ਜੋ ਯੂਜ਼ ਕਰ ਰਹੇ ਹਾਂ, ਇੱਕ ਨੋਰਮਲ ਆਪਾਂ ਰਾਈਸ ਉਗਾਉਣੇ ਆ, ਇੱਕ ਬਾਸਮਤੀ ਹੈ। ਜੇਕਰ ਬਾਸਮਤੀ ਦੀ ਪ੍ਰਾਈਸ ਇਨਕਰੀਜ਼ ਹੋ ਜਾਏਗੀ ਤਾਂ ਤੁਸੀਂ ਆਪਣੇ ਸਾਰੇ ਫੈਕਟਰ ਕੀ ਆ ਬਾਸਮਤੀ ਵੱਲ ਲਗਾ ਦੋਗੇ ਕਿ ਉਹਦੀ ਪ੍ਰਾਈਸ ਇਨਕਰੀਜ਼ ਹੈ ਤਾਂ ਕਿ ਸਾਨੂੰ ਜ਼ਿਆਦਾ ਪ੍ਰੋਫਿਟ ਹੋਵੇ। ਇਸ ਕਰਕੇ ਬਾਸਮਤੀ ਦੀ ਜੋ ਸਪਲਾਈ ਹੈ ਉਹ ਇਨਕਰੀਜ਼ ਹੋ ਜਾਏਗੀ। ਜੇਕਰ ਤੁਸੀਂ ਜ਼ਿਆਦਾ ਪ੍ਰੋਡਕਸ਼ਨ ਕਰੋਗੇ ਤਾਂ ਆਟੋਮੈਟਿਕ ਹੈ ਕਿ ਸਪਲਾਈ ਇਨਕਰੀਜ਼ ਹੋ ਜਾਏਗੀ। ਇਸ ਕਰਕੇ ਕਹਿੰਦਾ ਕਿ ਪ੍ਰਾਈਸ ਆਫ ਰਿਲੇਟਡ ਗੁੱਡਸ ਵੀ ਸਪਲਾਈ ਨੂੰ ਇਫੈਕਟ ਕਰਦਾ ਹੈ, ਜਿਹਦੇ ਕਰਕੇ ਕਿ ਆਪਣੀ ਪ੍ਰਾਈਸ ਇਨਕਰੀਜ਼ ਜਾਂ ਡਿਕਰੀਜ਼ ਹੋਏਗੀ। ਨੈਕਸਟ ਬੇਟਾ ਆਪਣੇ ਕੋਲ ਕੀ ਟੈਕਨੋਲੋਜੀ। ਜੇਕਰ ਟੈਕਨੋਲੋਜੀ ਐਡਵਾਂਸ ਹੋਏਗੀ ਤਾਂ ਉਹਦੇ ਨਾਲ ਕੀ ਆਪਾਂ ਜ਼ਿਆਦਾ ਪ੍ਰੋਡਕਸ਼ਨ ਕਰਾਂਗੇ, ਜ਼ਿਆਦਾ ਪ੍ਰੋਡਕਸ਼ਨ ਦੇ ਨਾਲ ਸਪਲਾਈ ਵੀ ਇਨਕਰੀਜ਼ ਹੋਏਗੀ। ਨੈਕਸਟ ਬੇਟਾ ਆਪਣੇ ਕੋਲ ਕੀ ਹੈ, ਫੈਕਟਰ ਪ੍ਰਾਈਸ। ਜਿਵੇਂ ਕਿ ਪਹਿਲੇ ਡਿਸਕਸ ਕਰ ਚੁੱਕੇ ਹਾਂ ਕਿ ਜੋ ਆਪਾਂ ਨੂੰ ਗੁੱਡਸ ਨੂੰ ਪ੍ਰੋਡਿਊਸ ਕਰਨ ਦੇ ਉੱਪਰ ਆਪਣੀ ਲਾਗਤ ਆਉਂਦੀ ਆ ਉਹਨੂੰ ਕੀ ਬੋਲਦੇ ਆ ਆਪਾਂ, ਫੈਕਟਰ ਪ੍ਰਾਈਸ। ਉਹ ਕਿਵੇਂ ਇਫੈਕਟ ਕਰੇਗਾ, ਜੇਕਰ ਪ੍ਰਾਈਸ ਉਹਦੀ ਇਨਕਰੀਜ਼ ਹੋ ਜਾਏਗੀ, ਫੈਕਟਰ ਕਾਸਟ ਦਾ ਕਾਸਟ ਆਫ ਪ੍ਰੋਡਕਸ਼ਨ ਵੁੱਡ ਗੋ ਅਪ, ਦਾ ਸਪਲਾਈ ਟੈਂਡਸ ਟੂ ਫਾਲ। ਉਹਦੇ ਨਾਲ ਕੀ ਹੈ, ਸਪਲਾਈ ਘਟ ਜਾਏਗੀ। ਜੇਕਰ ਆਪਣੀ ਕਾਸਟ ਵੱਧ ਜਾਏਗੀ ਤਾਂ ਉਹਦੇ ਨਾਲ ਕੀ ਹੈ, ਸਪਲਾਈ। ਸਿਮਿਲਰਲੀ ਇਫ ਦਾ ਫਾਲ ਇਨ ਦਾ ਫੈਕਟਰ ਪ੍ਰਾਈਸ ਵੁੱਡ ਰਿਡਿਊਸ ਦਾ ਕਾਸਟ ਆਫ ਪ੍ਰੋਡਕਸ਼ਨ ਐਂਡ ਸਪਲਾਈ ਵਿਲ ਇਨਕਰੀਜ਼। ਜੇਕਰ ਆਪਣੀ ਕਾਸਟ ਘਟ ਜਾਏਗੀ ਤਾਂ ਆਪਾਂ ਸਪਲਾਈ ਇਨਕਰੀਜ਼ ਕਰ ਲਾਂਗੇ। ਹਾਂਜੀ, ਨੈਕਸਟ ਬੇਟਾ ਆਪਣੇ ਕੋਲ ਕੀ ਗੋਲ ਆਫ ਦਾ ਫਰਮ ਹੈ, ਕਿ ਫਰਮ ਦਾ ਗੋਲ ਕੀ ਹੈ, ਕਿ ਪ੍ਰੋਫਿਟ ਮੈਕਸੀਮਾਈਜੇਸ਼ਨ ਹੈ, ਕਿ ਉਹਨਾਂ ਦਾ ਮਕਸਦ ਹੈ ਵੈਲਥ ਮੈਕਸੀਮਾਈਜੇਸ਼ਨ। ਜੇਕਰ ਤਾਂ ਪ੍ਰੋਫਿਟ ਮੈਕਸੀਮਾਈਜੇਸ਼ਨ ਆ ਉਹ ਘੱਟ ਯੂਨਿਟ ਮਾਰਕੀਟ ਦੇ ਵਿੱਚ ਜ਼ਿਆਦਾ ਪ੍ਰਾਈਸ ਦੇ ਉੱਪਰ ਸੈੱਲ ਕਰੇਗਾ, ਲੈਸ ਕੁਆਂਟਿਟੀ ਐਟ ਹਾਇਰ ਪ੍ਰਾਈਸ। ਤੇ ਜੇਕਰ ਉਹਦਾ ਫਰਮ ਦਾ ਮੇਨ ਗੋਲ ਵੈਲਥ ਮੈਕਸੀਮਾਈਜੇਸ਼ਨ ਹੈ ਤਾਂ ਜਾਂ ਸੇਲਸ ਮੈਕਸੀਮਾਈਜੇਸ਼ਨ ਹੈ ਤਾਂ ਉਹ ਕੀ ਕਰੇਗਾ, ਇਟ ਵਿਲ ਸਪਲਾਈ ਮੋਰ ਆਊਟਪੁੱਟ ਈਵਨ ਐਟ ਲੈਸ ਪ੍ਰਾਈਸ। ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸੇਲ ਕਰਨ ਦੀ ਕੋਸ਼ਿਸ਼ ਕਰੇਗਾ, ਜ਼ਿਆਦਾ ਤੋਂ ਜ਼ਿਆਦਾ ਯੂਨਿਟ ਮਾਰਕੀਟ ਦੇ ਵਿੱਚ ਸੈੱਲ ਕਰੇਗਾ। ਨੈਕਸਟ ਕੀ ਹੈ, ਨੰਬਰ ਆਫ ਫਰਮਸ। Supply of commodity also depend upon the number of firms and that supplying that commodity in the market. With the increase in the number of firms, the supply will increase and vice versa. ਕਿ ਜੇਕਰ ਜਿੰਨੀਆਂ ਜ਼ਿਆਦਾ ਫਰਮਸ ਹੋਣਗੀਆਂ ਉਸ ਗੁੱਡਸ ਨੂੰ ਪ੍ਰੋਡਿਊਸ ਕਰਨ ਵਾਲੀਆਂ ਤਾਂ ਉਹਦੇ ਨਾਲ ਸਪਲਾਈ ਵੀ ਉਨੀ ਜ਼ਿਆਦਾ ਹੋਏਗੀ। ਨੈਕਸਟ ਕੀ ਹੈ, ਫਿਊਚਰ ਪ੍ਰਾਈਸ ਐਕਸਪੈਕਟੇਸ਼ਨ। ਫਿਊਚਰ ਪ੍ਰਾਈਸ ਐਕਸਪੈਕਟੇਸ਼ਨਸ ਆਲਸੋ
affect the supply of commodity. If the producer expects a rise in price in future, the current supply of the commodity will fall. ਜੇਕਰ ਜੋ ਪ੍ਰੋਡਿਊਸਰ ਹੈ ਉਹਨੂੰ ਲੱਗ ਰਿਹਾ ਕਿ ਪ੍ਰਾਈਸ ਇਨਕਰੀਜ਼ ਹੋ ਜਾਏਗੀ ਤਾਂ ਉਹਦੇ ਨਾਲ ਕੀ ਹੋਏਗਾ ਕਿ ਉਹ ਸੋਚੇਗਾ ਕਿ ਮੈਂ ਫਿਊਚਰ ਦੇ ਵਿੱਚ ਸਪਲਾਈ ਕਰਾਂਗਾ, ਜਿਹਦੇ ਨਾਲ ਕਿ ਕਰੰਟ ਸਪਲਾਈ ਘਟ ਜਾਏਗੀ। ਆਪਣਾ ਬਾਸਮਤੀ ਰਾਈਸ ਦੀ ਐਗਜ਼ਾਮਪਲ ਲੈਂਦੇ ਹਾਂ ਕਿ ਜੋ ਬਾਸਮਤੀ ਰਾਈਸ ਹੈ, ਜੇਕਰ ਫਾਰਮਰ ਨੂੰ ਲੱਗਦਾ ਹੈ ਕਿ ਕਰੰਟ ਪ੍ਰਾਈਸ ਦੇ ਉੱਪਰ ਉਹਨਾਂ ਨੂੰ ਕਰੰਟ ਪ੍ਰਾਈਸ ਦੇ ਉੱਪਰ ਸੈੱਲ ਕਰਨ ਨੂੰ ਨਹੀਂ ਰੈਡੀ, ਤਾਂ ਉਹਨਾਂ ਨੂੰ ਲੱਗ ਰਿਹਾ ਕਿ ਫਿਊਚਰ ਦੇ ਵਿੱਚ ਉਸ ਬਾਸਮਤੀ ਰਾਈਸ ਦਾ ਪ੍ਰਾਈਸ ਇਨਕਰੀਜ਼ ਹੋ ਜਾਏਗਾ, ਤਾਂ ਉਹ ਕੀ ਹੈ ਕਰੰਟ ਪ੍ਰਾਈਸ ਦੇ ਉੱਪਰ ਉਹ ਸੈੱਲ ਕਰਨ ਦੇ ਲਈ ਰੈਡੀ ਨਹੀਂ ਹੋਣਗੇ। ਜੇਕਰ ਉਹਨਾਂ ਨੂੰ ਫਿਊਚਰ ਦੇ ਵਿੱਚ ਲੱਗ ਰਿਹਾ ਵਾ, ਐਕਸਪੈਕਟ ਕਰਦੇ ਨੇ ਕਿ ਇਨਕਰੀਜ਼ ਹੋ ਜਾਏਗਾ, ਤਾਂ ਉਹ ਉਹਦੀ ਕਰੰਟ ਸਪਲਾਈ ਡਿਕਰੀਜ਼ ਕਰ ਦੇਣਗੇ ਤੇ ਫਿਊਚਰ ਦੇ ਵਿੱਚ ਉਸ ਨੂੰ ਸੈੱਲ ਕਰਨਗੇ। ਪਾਲਿਸੀ ਆਫ ਦਾ ਗਵਰਨਮੈਂਟ ਰਿਗਾਰਡਿੰਗ ਦ ਟੈਕਸ ਐਂਡ ਸਬਸਿਡੀ ਹੈਜ਼ ਇਨਫਲੂਐਂਸ ਔਨ the supply of the commodity. When the taxes are imposed, the cost of the production increases and this hamper the supply. ਉਹ ਕਹਿੰਦੇ ਕਿ ਜੇਕਰ ਗਵਰਨਮੈਂਟ ਦੇ ਦੁਆਰਾ ਹਾਇਰ ਟੈਕਸ ਲਗਾਏ ਜਾਣਗੇ, ਜਿਹਦੇ ਨਾਲ ਕੀ ਆ ਕਾਸਟ ਆਫ ਪ੍ਰੋਡਕਸ਼ਨ ਜ਼ਿਆਦਾ ਹੋ ਜਾਏਗੀ, ਜਿਹਦੇ ਕਰਕੇ ਕੀ ਆ ਸਪਲਾਈ ਘਟ ਜਾਏਗੀ। ਤੇ ਇਸ ਤੋਂ ਇਲਾਵਾ ਜੇਕਰ ਗਵਰਨਮੈਂਟ ਕੋਈ ਸਬਸਿਡੀ ਦਿੰਦੀ ਹੈ ਤਾਂ ਉਸ ਖੇਤਰ ਦੇ ਵਿੱਚ ਉਹਦੀ ਸਪਲਾਈ ਜ਼ਿਆਦਾ ਹੋਵੇਗੀ। ਜਿਵੇਂ ਕਿ ਗਵਰਨਮੈਂਟ ਅਲੱਗ-ਅਲੱਗ ਸੈਕਟਰਸ ਨੂੰ ਪ੍ਰਮੋਟ ਕਰਨ ਦੇ ਲਈ ਉਹਨਾਂ ਨੂੰ ਲੈਸ ਰੇਟ ਦੇ ਉੱਪਰ ਲੋਨ ਦਿੰਦੀ ਹੈ, ਜਾਂ ਇਸ ਤੋਂ ਇਲਾਵਾ ਹੋਰ ਵੀ ਸਬਸਿਡੀਜ਼ ਦਿੰਦੀ ਹੈ, ਲੋਨ ਵੇਵੀਅਰ ਦੇ ਦਿੰਦੀ ਹੈ। ਇਹ ਅਲੱਗ-ਅਲੱਗ ਸਬਸਿਡੀਜ਼ ਜਿਹੜੀਆਂ ਗਵਰਨਮੈਂਟ ਦੇ ਦੁਆਰਾ ਸਕੀਮਸ ਦੇ ਅੰਡਰ ਦਿੱਤੀਆਂ ਜਾਂਦੀਆਂ ਨੇ, ਜਿਹਦੇ ਨਾਲ ਕਿ ਕਿਸੇ ਵੀ ਵਸਤੂ ਜਿਹਦੀ ਕਿ ਲੱਗਦਾ ਕਿ ਸਪਲਾਈ ਘੱਟ ਹੈ ਆਪਣੇ ਕੰਟਰੀ ਦੇ ਵਿੱਚ, ਉਹਨੂੰ ਇਨਕਰੀਜ਼ ਕਰਨ ਦੇ ਲਈ ਗਵਰਨਮੈਂਟ ਦੇ ਦੁਆਰਾ ਅਲੱਗ-ਅਲੱਗ ਸਬਸਿਡੀਜ਼ ਦਿੱਤੀਆਂ ਜਾਂਦੀਆਂ ਨੇ। ਹਾਂਜੀ, ਨੈਕਸਟ ਬੇਟਾ ਟੌਪਿਕ ਆਪਣੇ ਕੋਲ ਲਾਅ ਆਫ ਸਪਲਾਈ। ਜਿਵੇਂ ਕਿ ਆਪਾਂ ਲਾਸਟ ਲਾਅ ਆਫ ਡਿਮਾਂਡ ਡਿਸਕਸ ਕੀਤਾ ਸੀਗਾ, ਨੈਕਸਟ ਆਪਣੇ ਕੋਲ ਕੀ ਲਾਅ ਆਫ ਸਪਲਾਈ। ਹਾਂਜੀ, ਅਕੋਰਡਿੰਗ ਟੂ ਲਾਅ ਆਫ ਸਪਲਾਈ ਦ ਅਦਰ ਥਿੰਗਸ ਰਿਮੇਨਿੰਗ ਕੌਨਸਟੈਂਟ, ਮੋਰ ਆਫ ਦ ਗੁਡਸ ਇਜ਼ ਸਪਲਾਈਡ ਐਟ ਹਾਇਰ ਪ੍ਰਾਈਸ ਐਂਡ ਲੈਸ ਆਫ ਗੁਡਸ ਇਜ਼ ਸਪਲਾਈਡ ਐਟ ਲੋਅਰ ਪ੍ਰਾਈਸ। ਕਿ ਜਿੰਨੀ ਜ਼ਿਆਦਾ ਪ੍ਰਾਈਸ ਹੋਏਗੀ ਉਨੀ ਜ਼ਿਆਦਾ ਗੁਡਸ ਦੀ ਸਪਲਾਈ ਵੀ ਜ਼ਿਆਦਾ ਹੋਏਗੀ, ਤੇ ਜੇਕਰ ਪ੍ਰਾਈਸ ਲੈਸ ਹੋਏਗੀ ਤਾਂ ਸਪਲਾਈ ਵੀ ਲੈਸ ਹੋ ਜਾਏਗੀ, ਕਿਉਂਕਿ ਹਰ ਇੱਕ ਫਰਮ ਹਾਇਰ ਪ੍ਰਾਈਸ ਦੇ ਉੱਪਰ ਜ਼ਿਆਦਾ ਗੁਡਸ ਸੈੱਲ ਕਰਨ ਦੇ ਲਈ ਰੈਡੀ ਹੁੰਦਾ, ਜਿਹਦੇ ਕਰਕੇ ਕਿ ਹਾਇਰ ਪ੍ਰਾਈਸ ਦੇ ਉੱਪਰ ਸਪਲਾਈ ਇਨਕਰੀਜ਼ ਹੋ ਜਾਂਦੀ ਹੈ ਐਂਡ ਲੋਅਰ ਪ੍ਰਾਈਸ ਦੇ ਉੱਪਰ ਸਪਲਾਈ ਡਿਕਰੀਜ਼ ਹੋ ਜਾਂਦੀ ਹੈ। ਅਕੋਰਡਿੰਗ ਟੂ ਪ੍ਰੋਫੈਸਰ ਡੂਲੇ, the law of supply states that the other things remain same. other things ਜਿਹੜੇ ਆਪਾਂ ਸਾਰੇ ਫੈਕਟਰ ਲਾਸਟ ਡਿਸਕਸ ਕਰ ਰਹੇ ਹਾਂ ਉਹਨਾਂ ਨੂੰ ਆਪਾਂ ਕੌਨਸਟੈਂਟ ਮੰਨ ਕੇ ਚੱਲਣਾ ਹੈ। ਉਹਨਾਂ ਦੇ ਵਿੱਚੋਂ ਸਿਰਫ ਪ੍ਰਾਈਸ ਹੀ ਇਫੈਕਟ ਕਰੇਗਾ, ਪ੍ਰਾਈਸ ਹੀ ਚੇਂਜ ਹੋਏਗਾ, ਹੋਰ ਕੋਈ ਵੀ ਫੈਕਟਰ ਚੇਂਜ ਨਹੀਂ ਹੋਏਗਾ। ਹਾਇਰ ਦਾ ਪ੍ਰਾਈਸ ਗ੍ਰੇਟਰ ਦਾ ਕੁਆਂਟਿਟੀ ਸਪਲਾਈਡ ਔਰ ਐਟ ਲੋਅਰ ਪ੍ਰਾਈਸ ਸਮੋਲਰ ਦਾ ਕੁਆਂਟਿਟੀ ਸਪਲਾਈਡ। ਜੇਕਰ ਪ੍ਰਾਈਸ ਜ਼ਿਆਦਾ ਹੈ ਤਾਂ ਸਪਲਾਈ ਵੀ ਜ਼ਿਆਦਾ ਹੋਏਗੀ, ਜੇਕਰ ਪ੍ਰਾਈਸ ਘੱਟ ਹੈ ਤਾਂ ਸਪਲਾਈ ਵੀ ਘੱਟ ਹੋਏਗੀ। ਇਸ ਕਰਕੇ ਪ੍ਰਾਈਸ ਐਂਡ ਸਪਲਾਈ ਦੇ ਵਿੱਚ ਕੀ ਹੈ ਡਾਇਰੈਕਟ ਰਿਲੇਸ਼ਨਸ਼ਿਪ ਹੈ। ਜੇਕਰ ਪ੍ਰਾਈਸ ਜ਼ਿਆਦਾ ਹੈ ਤਾਂ ਸਪਲਾਈ ਵੀ ਜ਼ਿਆਦਾ ਹੈ, ਜੇਕਰ ਪ੍ਰਾਈਸ ਘੱਟ ਹੈ ਤਾਂ ਸਪਲਾਈ ਵੀ ਘੱਟ ਹੋਏਗੀ। ਨੈਕਸਟ ਬੇਟਾ ਐਕਸਪਲੇਨੇਸ਼ਨ ਆਫ ਲਾਅ। ਐਕਸਪਲੇਨੇਸ਼ਨ ਦੇ ਵਿੱਚ ਕਿਤਾ ਤੁਹਾਨੂੰ ਟੇਬਲ ਗਿਵਨ ਹੈ ਬੇਟਾ, ਅਲੱਗ-ਅਲੱਗ ਪ੍ਰਾਈਸਿਸ ਹੈ 20, 30, 40, 50 ਐਂਡ 60 ਐਂਡ 20 ਪ੍ਰਾਈਸ ਦੇ ਉੱਪਰ 5 ਯੂਨਿਟ ਸਪਲਾਈ ਹੋ ਰਹੀ ਹੈ ਐਂਡ 30 ਦੇ ਉੱਪਰ 10 ਐਂਡ 40 ਉੱਪਰ 15 ਐਂਡ 50 ਉੱਪਰ 20 ਯੂਨਿਟ ਸਪਲਾਈ ਹੋ ਰਹੇ ਨੇ ਐਂਡ 60 ਉੱਪਰ 20 ਯੂਨਿਟਸ ਸਪਲਾਈ ਹੋ ਰਹੇ ਨੇ। ਕੀ ਸ਼ੋ ਕਰ ਰਿਹਾ ਹੈ ਕਿ ਜਿਵੇਂ ਜਿਵੇਂ ਪ੍ਰਾਈਸ ਇਨਕਰੀਜ਼ ਹੋ ਰਹੀ ਹੈ ਉਵੇਂ ਉਵੇਂ ਆਪਣੀ ਸਪਲਾਈ ਵੀ ਇਨਕਰੀਜ਼ ਹੋ ਰਹੀ ਹੈ। ਕਿ ਇਸ ਕਰਕੇ ਦੋਨਾਂ ਦੇ ਵਿੱਚ ਕੀ ਇੱਕ ਡਾਇਰੈਕਟ ਰਿਲੇਸ਼ਨਸ਼ਿਪ ਸੇਮ ਆਪਣੇ ਟੇਬਲ ਵਿੱਚ ਵੀ ਐਂਡ ਸੇਮ ਹੀ ਡਾਇਗਰਾਮ ਦੇ ਵਿੱਚ ਰਿਪਰੈਜ਼ੈਂਟ ਕਰ ਰਿਹਾ ਕਿ ਜਿਵੇਂ ਜਿਵੇਂ ਉਹਨਾਂ ਦੀ ਪ੍ਰਾਈਸ ਇਨਕਰੀਜ਼ ਹੁੰਦੀ ਜਾ ਰਹੀ ਹੈ ਉਵੇਂ ਉਵੇਂ ਕੁਆਂਟਿਟੀ ਵੀ ਇਨਕਰੀਜ਼ ਹੁੰਦੀ ਜਾ ਰਹੀ ਹੈ। ਇਸ ਕਰਕੇ ਕੀ ਹੈ ਇਹ ਜਿਹੜੇ ਕਰਵ ਹੈ ਸਪਲਾਈ ਕਰਵ ਹੈ, ਇਹਨੂੰ ਆਪਾਂ SS ਸਪਲਾਈ ਕਰਵ ਬੋਲਦੇ ਹਾਂ। ਇਹ ਕੀ ਹੈ ਫਰੋਮ ਲੈਫਟ ਟੂ ਰਾਈਟ, ਕਿ ਅਪਵਰਡ ਸਿਚੁਏਸ਼ਨ ਦੇ ਵਿੱਚ ਹੋਏਗਾ, ਅਪਵਰਡ ਸਾਈਡ ਨੂੰ ਹੋਏਗਾ, ਕਿਉਂਕਿ ਜਿਵੇਂ ਜਿਵੇਂ ਪ੍ਰਾਈਸ ਇਨਕਰੀਜ਼ ਹੁੰਦੀ ਹੈ ਉਵੇਂ ਉਵੇਂ ਆਪਣੀ ਗੁਡਸ ਦੀ ਸਪਲਾਈ ਵੀ ਇਨਕਰੀਜ਼ ਹੁੰਦੀ ਜਾਏਗੀ। ਕਿ ਹੁਣ ਇਹਦੇ ਲਾਅ ਦੀਆਂ ਅਜ਼ੰਪਸ਼ਨਸ ਪੜ੍ਹਦੇ ਹਾਂ ਕਿ ਜਿਸ ਕੇਸ ਦੇ ਵਿੱਚ ਇਹ ਲਾਅ ਇੰਪਲੀਮੈਂਟ ਨਹੀਂ ਹੋਏਗਾ ਜਾਂ ਜਿਨ੍ਹਾਂ ਨੂੰ ਆਪਾਂ ਕੌਨਸਟੈਂਟ ਮੰਨ ਕੇ ਚੱਲਦੇ ਹਾਂ ਕਿ ਇਹਨਾਂ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਏਗਾ। ਸਭ ਤੋਂ ਪਹਿਲੇ ਨੋ ਚੇਂਜ ਇਨ ਦਾ ਫੈਕਟਰ ਆਫ ਪ੍ਰੋਡਕਸ਼ਨ, ਕਿ ਜਿਹੜੀ ਫੈਕਟਰ ਆਫ ਪ੍ਰੋਡਕਸ਼ਨ ਉਹਦੇ ਵਿੱਚ ਕੋਈ ਚੇਂਜ, ਨੋ ਚੇਂਜ ਇਨ ਦਾ ਟੈਕਨੋਲੋਜੀ ਯੂਜ਼ਡ, ਜਾਂ ਜੋ ਟੈਕਨੋਲੋਜੀ ਆਪਾਂ ਪ੍ਰੋਡਕਸ਼ਨ ਦੇ ਲਈ ਯੂਜ਼ ਕਰ ਰਹੇ ਹਾਂ ਉਹ ਵੀ ਕੌਨਸਟੈਂਟ ਰਹੇਗੀ ਐਂਡ ਪ੍ਰਾਈਸ ਆਫ ਦ ਰਿਲੇਟਡ ਗੁਡਸ ਵੀ ਦੇ ਵਿੱਚ ਵੀ ਕੋਈ ਚੇਂਜ ਨਹੀਂ ਆਏਗਾ। ਨੋ ਐਕਸਪੈਕਟੇਸ਼ਨ, ਫਿਊਚਰ ਦੇ ਵਿੱਚ ਆਪਾਂ ਨੂੰ ਕੋਈ ਐਕਸਪੈਕਟ ਨਹੀਂ ਹੈ, ਪਤਾ ਨਹੀਂ ਹੈ ਕਿ ਪ੍ਰਾਈਸ ਇਨਕਰੀਜ਼ ਹੋਏਗੀ ਜਾਂ ਡਿਕਰੀਜ਼ ਹੋਏਗੀ। ਨੋ ਚੇਂਜ ਇਨ ਦਾ ਗੋਲ ਆਫ ਦਾ ਫਰਮ, ਜੋ ਪਹਿਲੇ ਫਰਮ ਦਾ ਗੋਲ ਸੀਗਾ ਉਹਨੂੰ ਲੈ ਕੇ ਹੀ ਫਰਮ ਕੰਮ ਕਰ ਰਹੀ। ਇਹ ਸਾਰੀਆਂ ਅਜੰਪਸ਼ਨ ਸੀਗੀਆਂ ਜੋ ਕਿ ਲਾਅ ਆਫ ਸਪਲਾਈ ਦੇ ਉੱਪਰ ਇੰਪਲੀਮੈਂਟ ਹੁੰਦੀਆਂ। ਹਾਂਜੀ, ਨੈਕਸਟ ਬੇਟਾ ਆਪਣੇ ਕੋਲ ਲਿਮੀਟੇਸ਼ਨ ਔਰ ਐਕਸੈਪਸ਼ਨਸ ਆਫ ਲਾਅ।
ਐਕਸੈਪਸ਼ਨ ਮੀਨਸ ਕਿ ਕਿਹੜੇ ਕੇਸ ਨੇ ਜਿਨ੍ਹਾਂ ਦੇ ਸਬੰਧ ਵਿੱਚ ਇਹ ਲਾਅ ਆਫ ਸਪਲਾਈ ਇੰਪਲੀਮੈਂਟ ਨਹੀਂ ਹੋਏਗਾ, ਕਿ ਇਹ ਵਾਲੀ ਕੰਡੀਸ਼ਨ ਹੋਣ ਤੇ ਲਾਅ ਆਫ ਸਪਲਾਈ ਇੰਪਲੀਮੈਂਟ ਨਹੀਂ ਹੋਏਗਾ। ਸਭ ਤੋਂ ਪਹਿਲੇ ਫੀਅਰ ਆਫ ਫਰਦਰ ਫਾਲ ਇਨ ਪ੍ਰਾਈਸ। ਜੇਕਰ ਕਿਸੇ ਪਰਸਨ ਨੂੰ ਜਾਂ ਫਰਮ ਨੂੰ ਲੱਗ ਰਿਹਾ ਕਿ ਫਿਊਚਰ ਦੇ ਵਿੱਚ ਪ੍ਰਾਈਸ ਹੋਰ ਫਾਲ ਹੋ ਜਾਏਗੀ, ਤਾਂ ਉਹ ਕੀ ਕਰੇਗਾ ਕਿ ਲੈਸ ਪ੍ਰਾਈਸ ਦੇ ਉੱਪਰ ਵੀ ਜ਼ਿਆਦਾ ਕੁਆਂਟੀਟੀ ਸੈੱਲ ਕਰਨ ਦੇ ਲਈ ਰੈਡੀ ਹੋ ਜਾਏਗਾ, ਕਿਉਂਕਿ ਉਹਨੂੰ ਪਤਾ ਹੈ ਕਿ ਫਿਊਚਰ ਦੇ ਵਿੱਚ ਹੋਰ ਪ੍ਰਾਈਸ ਡਿਕਰੀਜ਼ ਹੋ ਜਾਣੀ ਹੈ, ਘਟ ਜਾਣੀ ਹੈ। ਇਸ ਕਰਕੇ ਉਹ ਕਰੰਟ ਪ੍ਰਾਈਸ ਦੇ ਉੱਪਰ ਹੀ ਆਪਣੀ ਗੁੱਡਸ ਨੂੰ ਸੈੱਲ ਕਰਨ ਦੇ ਲਈ ਰੈਡੀ ਹੋ ਜਾਏਗਾ। ਫॉर द डिस्पोजल ऑफ ओल्ड स्टॉक। जेकर कोई फर्म अपना ओल्ड स्टॉक सैल करना चाहती है ਜਾਂ ਉਹਨੂੰ डिस्पोज ऑफ करना चाहती है, फ्री करना चाहती है, ਤਾਂ ਉਹ ਘੱਟ ਪ੍ਰਾਈਸ ਦੇ ਉੱਪਰ ਵੀ ਆਪਣੇ ओल्ड स्टॉक ਨੂੰ ਸੇਲ ਕਰ ਦੇਗੀ। डेप्रीसीएशन ड्यूरिंग द सिचुएशन डिप्रेशन। During the situation of depression, the seller are ready to sell more even at a lower price। ਜੇਕਰ ਮਾਰਕੀਟ 'ਚ ਡਿਪਰੈਸ਼ਨ ਹੈ, ਕੋਈ ਪਰਸਨ ਗੁੱਡਸ ਨੂੰ ਖਰੀਦ ਹੀ ਨਹੀਂ ਰਿਹਾ, ਕਿਸੇ ਕੋਲ ਪੈਸਾ ਹੀ ਨਹੀਂ ਹੈਗਾ, ਤਾਂ ਫਿਰ ਕੀ ਹੈ, ਜੋ ਪ੍ਰੋਡਕਸ਼ਨ ਹਾਊਸ ਨੇ ਜਾਂ ਪ੍ਰੋਡਕਸ਼ਨ ਫਰਮ ਹੈ ਉਹ ਲੈਸ ਪ੍ਰਾਈਸ ਦੇ ਉੱਪਰ ਹੀ ਜ਼ਿਆਦਾ ਗੁੱਡਸ ਸੈੱਲ ਕਰਨ ਦੇ ਲਈ ਰੈਡੀ ਹੋ ਜਾਣਗੇ। ਨੈਕਸਟ ਬੇਟਾ ਆਪਣੇ ਚੇਂਜ ਇਨ ਫੈਸ਼ਨ, ਟੇਸਟ ਔਰ ਹੈਬਿਟ। ਦ ਲਾਅ ਆਫ ਸਪਲਾਈ ਵਿਲ not hold in case there is change in fashion, habit and taste of the customer। In such cases the supply and price do not move in the same direction। ਕਿ ਜੇਕਰ ਕੋਈ ਗੁੱਡਸ ਹੈ ਉਹਦਾ ਹੁਣ ਫੈਸ਼ਨ ਹੀ ਨਹੀਂ ਰਿਹਾ, ਜੇਕਰ ਉਹ ਆਊਟ ਆਫ ਫੈਸ਼ਨ ਹੋ ਜਾਏਗੀ ਤਾਂ ਉਸ ਕੇਸ ਦੇ ਵਿੱਚ ਲਾਅ ਆਫ ਸਪਲਾਈ ਇੰਪਲੀਮੈਂਟ ਨਹੀਂ ਹੋਏਗਾ, ਕਿਉਂਕਿ ਉਹਨੂੰ ਪਰਸਨ ਗੁੱਡਸ ਨੂੰ ਲਾਈਕ ਹੀ ਨਹੀਂ ਕਰਨਗੇ, ਚਾਹੇ ਉਹ ਲੈਸ ਪ੍ਰਾਈਸ ਦੇ ਉੱਪਰ ਵੀ ਸਪਲਾਈ ਹੋਵੇ। ਮਾਈਗ੍ਰੇਸ਼ਨ ਆਫ ਸੈਲਰ। ਫॉर ए ਮਾਈਗ੍ਰੇਸ਼ਨ ਆਫ ਸੈਲਰ देयर stock at a lower price, under such cases the law of supply will not apply। ਜੇਕਰ ਸੈਲਰ ਆਪਣਾ ਸਾਰਾ ਯੂਨਿਟ ਨੂੰ ਜਾਂ ਜੋ ਜਿੰਨੇ ਵੀ ਆਪਣੀ ਫੋਰ ਐਗਜ਼ਾਮਪਲ ਇੱਕ ਸ਼ਾਪਕੀਪਰ ਹੈ, ਸ਼ਾਪ ਨੂੰ ਆਪਣੀ ਨੂੰ ਕਲੋਜ਼ ਕਰਕੇ ਕਿਸੇ ਦੂਸਰੀ ਜਗ੍ਹਾ 'ਤੇ ਸ਼ਿਫਟ ਹੋ ਰਿਹਾ ਹੈ, ਤਾਂ ਉਹਦੇ ਕੋਲ ਜੋ ਸਟਾਕ ਹੈ ਉਹਨੂੰ ਉਹ ਲੋਅਰ ਪ੍ਰਾਈਸ ਦੇ ਉੱਪਰ ਵੀ ਸੈੱਲ ਕਰ ਦੇਗਾ, ਕਿਉਂਕਿ ਉਹ ਆਪਣੀ ਸ਼ਾਪ ਨੂੰ ਸ਼ਿਫਟ ਕਰਨ ਜਾ ਰਿਹਾ ਹੈ। ਇਸ ਕਰਕੇ ਜੇਕਰ ਕੋਈ ਸੈਲਰ ਜਿਹੜਾ ਗੁੱਡਸ ਨੂੰ ਸਪਲਾਈ ਕਰਦਾ ਹੈ ਉਹ ਮਾਈਗ੍ਰੇਟ ਹੋ ਰਿਹਾ ਕਿਸੇ ਹੋਰ ਜਗ੍ਹਾ 'ਤੇ ਜਾ ਰਿਹਾ, ਤਾਂ ਉਸ ਕੇਸ ਦੇ ਵਿੱਚ ਵੀ ਲਾਅ ਆਫ ਸਪਲਾਈ ਇੰਪਲੀਮੈਂਟ ਨਹੀਂ ਹੋਏਗਾ। ਹਾਂਜੀ, ਨੈਕਸਟ ਬੇਟਾ ਆਪਣੇ ਕੋਲ ਟੌਪਿਕ ਹੈ ਪ੍ਰਾਈਸ ਇਲਾਸਟੀ ਆਫ ਸਪਲਾਈ। ਜੋ ਕਿ ਆਪਣਾ ਲਾਅ ਆਫ ਸਪਲਾਈ ਹੈ ਉਹਨੂੰ ਮੇਜਰ ਕਰਨ ਦੇ ਲਈ ਜਾਂ ਉਹਦੀ ਡਾਇਰੈਕਸ਼ਨ ਨੂੰ ਮੇਜਰ ਕਰਨ ਦੇ ਲਈ ਕਿ ਪ੍ਰਾਈਸ ਐਂਡ ਕੁਆਂਟਿਟੀ ਕਿਸ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਹੇ ਨੇ, ਉਹਨੂੰ ਕੀ ਬੋਲਦੇ ਆਪਾਂ, ਇਲਾਸਟੀ ਆਫ ਸਪਲਾਈ। ਦ ਲਾਅ ਆਫ ਸਪਲਾਈ ਐਕਸਪਲੇਨ ਦ ਫੰਕਸ਼ਨਲ ਰਿਲੇਸ਼ਨਸ਼ਿਪ ਬਿਟਵੀਨ ਪ੍ਰਾਈਸ ਐਂਡ ਕੁਆਂਟਿਟੀ ਸਪਲਾਈਡ। ਕਿ ਦੋਨਾਂ ਦੇ ਵਿੱਚ ਰਿਲੇਸ਼ਨਸ਼ਿਪ ਦੱਸਦਾ ਹੈ ਕਿ ਕੁਆਂਟਿਟੀ ਐਂਡ ਪ੍ਰਾਈਸ ਕਿਸ ਡਾਇਰੈਕਸ਼ਨ ਦੇ ਵਿੱਚ ਮੂਵ ਹੋ ਰਹੇ ਨੇ। ਇਟ ਸ਼ੋਜ਼ ਐਜ਼ ਪ੍ਰਾਈਸ ਰਾਈਜ਼ਿਜ਼ ਸਪਲਾਈ ਆਲਸੋ ਰਾਈਜ਼ ਐਂਡ ਵਾਈਸ ਵਰਸਾ। ਜਿਵੇਂ ਕਿ ਇਹ ਸ਼ੋਅ ਕਰਦਾ ਹੈ ਕਿ ਪ੍ਰਾਈਸ ਰਾਈਜ਼ ਹੋ ਰਹੀ ਹੈ ਤਾਂ ਸਪਲਾਈ ਵੀ ਰਾਈਜ਼ ਹੋਏਗੀ, ਜੇਕਰ ਪ੍ਰਾਈਸ ਡਾਊਨ ਜਾਏਗੀ ਤਾਂ ਸਪਲਾਈ ਵੀ ਡਾਊਨ ਜਾਏਗੀ। ਇਟ ਐਕਸਪਲੇਨਸ only the directional change in price and quantity supplied। ਇਹ ਦੋਨਾਂ ਦੀ ਡਾਇਰੈਕਸ਼ਨ ਦੱਸਦਾ ਹੈ ਕਿ ਦੋਨੋਂ ਦੀ ਡਾਇਰੈਕਸ਼ਨ ਕੀ ਹੈ, ਪੋਜ਼ਿਟਿਵ ਸਾਈਡ ਹੈ, ਨੈਗੇਟਿਵ ਸਾਈਡ ਹੈ, ਇਨਕਰੀਜ਼ ਹੋ ਰਿਹਾ ਜਾਂ ਡਿਕਰੀਜ਼ ਹੋ ਰਿਹਾ। ਇਟ ਫੇਲਸ ਟੂ ਐਕਸਪਲੇਨ ਦਾ ਕੁਆਂਟੀਟੇਟਿਵ ਚੇਂਜ ਇਨ ਕੁਆਂਟਿਟੀ ਸਪਲਾਈਡ ਡਿਊ ਟੂ ਏ ਗਿਵਨ ਚੇਂਜ ਇਨ ਪ੍ਰਾਈਸ। ਕਿ ਇੱਕ ਇਹ ਆਪਾਂ ਨੂੰ ਸਿਰਫ ਡਾਇਰੈਕਸ਼ਨ ਦੱਸਦਾ ਹੈ, ਇੱਕ ਕੁਆਂਟਿਟੀ ਨਹੀਂ ਦੱਸਦਾ ਕਿ ਜੇਕਰ ਪ੍ਰਾਈਸ 2 ਰੁਪੀਜ਼ ਇਨਕਰੀਜ਼ ਹੋਏਗੀ ਤਾਂ ਸਪਲਾਈ ਦੇ ਕਿੰਨੇ ਯੂਨਿਟ ਚੇਂਜ ਹੋਣਗੇ, ਜਾਂ ਕਿੰਨੀ ਜੇਕਰ ਪ੍ਰਾਈਸ 2 ਰੁਪੀਜ਼ ਇਨਕਰੀਜ਼ ਹੋ ਰਹੀ ਹੈ ਤਾਂ ਉਹਦੇ ਨਾਲ ਸਪਲਾਈ ਵੀ ਕਿੰਨੀ ਇਨਕਰੀਜ਼ ਹੋਏਗੀ। ਇਹ ਆਪਾਂ ਨੂੰ ਐਗਜ਼ੈਕਟ ਕੁਆਂਟੀਟੇਟਿਵ ਫਿਗਰ ਨਹੀਂ ਦੱਸਦਾ, ਜਸਟ ਡਾਇਰੈਕਸ਼ਨ ਹੀ ਦੱਸੇਗਾ। ਠੀਕ ਹੈ ਜੀ। ਆਪਣੇ ਕੋਲ ਬੇਟਾ ਪ੍ਰਾਈਸ ਇਲਾਸਟਿਸਿਟੀ ਨੂੰ ਕੈਲਕੂਲੇਟ ਕਰਨ ਦੇ ਲਈ ਇੱਕ ਫਾਰਮੂਲਾ ਹੁੰਦਾ ਹੈ, ਚੇਂਜ ਇਨ ਕੁਆਂਟਿਟੀ ਸਪਲਾਈਡ ਓਵਰ ਪਰਸੈਂਟੇਜ ਚੇਂਜ ਇਨ ਪ੍ਰਾਈਸ। ਕਿ ਜਿੰਨੀ ਤੁਹਾਡੀ ਪ੍ਰਾਈਸ ਦੇ ਵਿੱਚ ਚੇਂਜ ਆ ਰਿਹਾ ਹੈ, ਨੀਚੇ ਕੀ ਆਉਣਾ ਆਪਣਾ ਪਰਸੈਂਟੇਜ ਚੇਂਜ ਇਨ ਪ੍ਰਾਈਸ, ਕਿ ਜਿੰਨਾ ਪ੍ਰਾਈਸ ਦੇ ਵਿੱਚ ਚੇਂਜ ਆ ਰਿਹਾ ਹੈ। ਦੋਨਾਂ ਦੇ ਵਿੱਚ ਆਪਾਂ ਟੇਬਲ ਬਣਾ ਲਾਂਗੇ ਨਾ, ਕਿ ਇੱਕ ਸਾਈਡ 'ਤੇ ਆਪਣੇ ਕੋਲ ਪ੍ਰਾਈਸ ਹੋਏਗੀ ਹੈ ਨਾ, ਦੂਜੀ 'ਤੇ ਕੁਆਂਟਿਟੀ ਹੋਏਗੀ। ਆਪਾਂ ਦੋਨਾਂ ਦੇ ਵਿੱਚ ਜਿਵੇਂ ਕਿ 10 ਰੁਪੀਜ਼ ਪ੍ਰਾਈਸ, 20, 30 ਐਂਡ ਯੂਨਿਟ ਸਪਲਾਈਡ ਜਿਵੇਂ ਕਿ 50, 60, 70, ਆਪਾਂ ਇਹਦੇ ਵਿੱਚ ਪਰਸੈਂਟੇਜ ਚੇਂਜ ਕੱਢਾਂਗੇ ਕਿ ਚੇਂਜ ਕਿੰਨਾ ਆ ਰਿਹਾ ਦੋਨਾਂ ਦੇ ਵਿੱਚ। ਜਿਵੇਂ ਕਿਸੇ 10 ਦਾ ਚੇਂਜ ਆ ਰਿਹਾ, ਇੱਧਰ ਵੀ 10 ਦਾ ਚੇਂਜ ਆ ਰਿਹਾ ਹੈ। ਇਸ ਤਰ੍ਹਾਂ ਆਪਾਂ ਇਹਨੂੰ ਫਾਰਮੂਲੇ ਦੇ ਥਰੂ ਕੈਲਕੂਲੇਟ ਕਰਾਂਗੇ ਕਿ ਚੇਂਜ ਇਨ ਕੁਆਂਟਿਟੀ ਸਪਲਾਈਡ ਕਿੰਨਾ ਹੈ, ਪਰਸੈਂਟੇਜ ਚੇਂਜ ਇਨ ਪ੍ਰਾਈਸ ਕਿੰਨਾ। ਇਸ ਤੋਂ ਇਲਾਵਾ ਬੇਟਾ ਅਲੱਗ-ਅਲੱਗ ਡਿਗਰੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਥਰੂ ਆਪਾਂ ਨੂੰ ਪਤਾ ਚੱਲਦਾ ਹੈ ਕਿ ਪ੍ਰਾਈਸ ਤੇ ਕੁਆਂਟਿਟੀ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੈ। ਫਸਟ ਆਪਾਂ ਕੀ ਹੈ, ਪਰਫੈਕਟਲੀ ਇਲਾਸਟਿਕ।
ਕਿ ਪਰਫੈਕਟਲੀ, ਜਿਵੇਂ ਕਿ ਇਹਦੇ ਨਾਮ ਤੋਂ ਹੀ ਕਲੀਅਰ ਹੈ ਕਿ ਜੇਕਰ ਥੋੜਾ ਜਿੰਨਾ ਵੀ ਪ੍ਰਾਈਸ ਦੇ ਵਿੱਚ ਚੇਂਜ ਆਉਂਦਾ ਹੈ ਤਾਂ ਸਪਲਾਈ ਦੇ ਵਿੱਚ ਅਨਲਿਮਿਟਿਡ ਚੇਂਜ ਆ ਜਾਏਗਾ। ਇਹ ਸਲਾਈਡ ਚੇਂਜ ਇਨ ਪ੍ਰਾਈਸ ਇਜ਼ ਅਟੈਂਡਡ ਬਾਈ ਇਨਫਿਨਾਈਟ ਚੇਂਜ ਇਨ ਸਪਲਾਈ, ਕਿ ਸਪਲਾਈ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਆ ਜਾਏਗਾ। ਜੇਕਰ ਪ੍ਰਾਈਸ ਆ, ਜਿਵੇਂ ਸਾਈਡ ਤੇ ਆਪਣੇ ਕੋਲ ਇੱਧਰ ਕੁਆਂਟਿਟੀ ਹੈ, ਜੇਕਰ ਪ੍ਰਾਈਸ ਦੇ ਵਿੱਚ ਥੋੜਾ ਜਿੰਨਾ ਵੀ ਚੇਂਜ ਆਉਂਦਾ ਹੈ, ਇਨਕਰੀਜ਼ ਹੁੰਦੀ ਹੈ ਜਾਂ ਡਿਕਰੀਜ਼ ਹੁੰਦੀ ਹੈ, ਤਾਂ ਉਹਦੇ ਨਾਲ ਕੀ ਹੈ, ਸਪਲਾਈ ਦੇ ਵਿੱਚ ਇਨਫਿਨਾਈਟ ਚੇਂਜ ਆ ਜਾਏਗਾ। ਉਹਨੂੰ ਕੀ ਬੋਲਦੇ ਆਪਾਂ, ਪਰਫੈਕਟਲੀ ਇਲਾਸਟਿਕ ਡਿਮਾਂਡ ਸਪਲਾਈ। ਨੈਕਸਟ ਕੀ ਆਪਣੇ ਕੋਲ, ਪਰਫੈਕਟਲੀ ਇਨ ਇਲਾਸਟਿਕ ਸਪਲਾਈ। ਪਰਫੈਕਟਲੀ ਇਨ ਇਲਾਸਟਿਕ, ਕਿ ਪ੍ਰਾਈਸ ਦੇ ਵਿੱਚ ਚਾਹੇ ਇਨਕਰੀਜ਼ ਹੋਏ ਚਾਹੇ ਡਿਕਰੀਜ਼ ਹੋਏ, ਉਹਦੀ ਸਪਲਾਈ ਦੇ ਉੱਪਰ ਕੋਈ ਵੀ ਇਫੈਕਟ ਨਹੀਂ ਪਏਗਾ। ਫੋਰ ਬੇਟਾ ਟੇਬਲ ਦੇਖ, ਆਪਣੀ ਡਾਇਗਰਾਮ ਦੇਖੋ, ਜਿਵੇਂ ਕਿ ਅਲੱਗ-ਅਲੱਗ ਪ੍ਰਾਈਸ ਆਪਾਂ ਨੂੰ ਗਿਵਨ ਹੈ। ਪੀ ਪ੍ਰਾਈਸ ਸੀਗਾ ਇਨੀਸ਼ੀਅਲ ਪ੍ਰਾਈਸ, ਉਸ ਤੋਂ ਇਲਾਵਾ ਜੇਕਰ ਪ੍ਰਾਈਸ ਇਨਕਰੀਜ਼ ਹੋਇਆ ਤਾਂ ਫਿਰ ਵੀ ਸਪਲਾਈ ਦੇ ਵਿੱਚ ਕੋਈ ਚੇਂਜ ਨਹੀਂ ਆਇਆ, ਸਪਲਾਈ ਕੌਨਸਟੈਂਟ ਹੈ ਆਪਣੀ ਜਗ੍ਹਾ ਤੋਂ, ਨਾ ਇਨਕਰੀਜ਼ ਹੋ ਰਹੀ ਹੈ ਨਾ ਡਿਕਰੀਜ਼ ਹੋ ਰਹੀ ਹੈ। ਜੇਕਰ ਪ੍ਰਾਈਸ ਨੀਚੇ ਡਿਕਰੀਜ਼ ਹੋ ਗਈ ਤਾਂ ਫਿਰ ਵੀ ਸਪਲਾਈ ਕੌਨਸਟੈਂਟ ਹੈ, ਨਾ ਉਹਦੇ ਵਿੱਚ ਕੋਈ ਚੇਂਜ ਆ ਰਿਹਾ, ਇਨਕਰੀਜ਼ ਹੋ ਰਹੀ ਹੈ ਨਾ ਡਿਕਰੀਜ਼ ਹੋ ਰਹੀ ਹੈ। ਨੈਕਸਟ ਬੇਟਾ ਆਪਣੇ ਕੋਲ ਕੀ ਹੈ, ਯੂਨਿਟਰੀ ਇਲਾਸਟਿਕ। ਯੂਨਿਟਰੀ ਮੀਨਸ ਕਿ ਸੇਮ, ਜਿੰਨਾ ਪ੍ਰਾਈਸ ਦੇ ਵਿੱਚ ਚੇਂਜ ਆ ਰਿਹਾ ਹੈ ਉਨਾ ਹੀ ਕੁਆਂਟਿਟੀ ਦੇ ਵਿੱਚ ਚੇਂਜ ਆ ਰਿਹਾ ਹੈ, ਦੋਨੋਂ ਇਕੁਅਲ ਨੇ। ਚੇਂਜ ਇਨ ਪ੍ਰਾਈਸ ਇਜ਼ ਇਕੁਅਲ ਟੂ ਚੇਂਜ ਇਨ ਕੁਆਂਟਿਟੀ, ਦੋਨੋਂ ਕਿਹਦੇ ਇਕੁਅਲ ਨੇ, 1 ਦੇ, ਕਿ ਜਿੰਨਾ ਪ੍ਰਾਈਸ ਦੇ ਵਿੱਚ ਚੇਂਜ ਆਇਆ ਉਨਾ ਹੀ ਸਪਲਾਈ ਦੇ ਵਿੱਚ ਚੇਂਜ ਆਇਆ, ਉਹਨੂੰ ਕੀ ਬੋਲਦੇ ਆਪਾਂ, ਯੂਨਿਟਰੀ ਇਲਾਸਟਿਕ। ਨੈਕਸਟ ਆਪਣੇ ਕੋਲ ਕੀ ਹੈ, ਮੋਰ ਇਲਾਸਟਿਕ। ਮੋਰ ਇਲਾਸਟਿਕ ਮੀਨਸ ਕਿ ਪ੍ਰਾਈਸ ਦੇ ਵਿੱਚ ਤਾਂ 1 ਰੁਪੀਜ਼ ਦਾ ਚੇਂਜ ਆ ਰਿਹਾ, ਬਟ ਉਹਦੇ ਕੰਪੈਰੀਜ਼ਨ ਦੇ ਵਿੱਚ ਸਪਲਾਈ ਦੇ ਵਿੱਚ ਜ਼ਿਆਦਾ ਚੇਂਜ ਆ ਰਿਹਾ, ਉਹਨੂੰ ਕੀ ਬੋਲਦੇ ਆਪਾਂ, ਮੋਰ ਇਲਾਸਟਿਕ ਸਪਲਾਈ। ਜਾਂ ਇਹ ਵੀ ਡਿਨੋਟ ਕਰਦੇ ਹਾਂ ਕਿ ਚੇਂਜ ਇਨ ਕੁਆਂਟਿਟੀ ਇਜ਼ ਮੋਰ ਦੈਨ ਚੇਂਜ ਇਨ ਪ੍ਰਾਈਸ। ਓਕੇ ਹਾਂਜੀ। ਨੈਕਸਟ ਬੇਟਾ ਆਪਣੇ ਕੋਲ ਲੋ ਇਲਾਸਟਿਕ। ਲੋ ਇਲਾਸਟਿਕ ਮੀਨਸ ਕਿ ਆਪਣੇ ਕੋਲ ਪ੍ਰਾਈਸ ਦੇ ਵਿੱਚ ਤਾਂ ਜ਼ਿਆਦਾ ਚੇਂਜ ਆਇਆ ਹੈ, ਬਟ ਕੁਆਂਟਿਟੀ ਦੇ ਵਿੱਚ ਉਨਾ ਚੇਂਜ ਨਹੀਂ ਆ ਰਿਹਾ ਜਿੰਨਾ ਕਿ ਪ੍ਰਾਈਸ ਦੇ ਵਿੱਚ ਹੋਣਾ ਚਾਹੀਦਾ ਸੀਗਾ। ਜਿਵੇਂ ਕਿ ਪ੍ਰਾਈਸ ਦੇ ਵਿੱਚ ਤਾਂ ਆਪਣੇ ਕੋਲ ਕਾਫੀ ਚੇਂਜ ਆਇਆ ਹੈ ਨਾ, ਆਪਣੇ ਕੋਲ ਇਨੀਸ਼ੀਅਲ ਪ੍ਰਾਈਸ ਇੰਨੀ ਸੀਗੀ, ਉਸ ਤੋਂ ਬਾਅਦ ਪ੍ਰਾਈਸ ਇੰਨੀ ਹੋ ਗਈ, ਆਪਣੇ ਕੋਲ P1 ਹੋ ਗਈ, ਤਾਂ ਕੁਆਂਟਿਟੀ ਇਨੀਸ਼ੀਅਲ ਆਪਣੇ ਕੋਲ ਇੰਨੀ ਸੀਗੀ, ਤਾਂ ਉਸ ਤੋਂ ਇਲਾਵਾ ਕੁਆਂਟਿਟੀ ਦੇ ਵਿੱਚ ਲਿਟਲ ਬਿਟ ਇਹੀ ਚੇਂਜ ਆਇਆ ਹੈ, ਠੀਕ ਹੈ ਜੀ, ਬਟ ਪ੍ਰਾਈਸ ਦੇ ਵਿੱਚ ਜ਼ਿਆਦਾ ਚੇਂਜ ਆ ਰਿਹਾ, ਉਹਨੂੰ ਕੀ ਬੋਲਦੇ ਆਪਾਂ, ਲੈਸ ਇਲਾਸਟਿਕ ਸਪਲਾਈ। ਹਾਂਜੀ, ਇਹ ਸੀ ਬੇਟਾ ਆਪਣੇ ਕੋਲ ਥਿਊਰੀ ਆਫ ਸਪਲਾਈ। ਤੁਸੀਂ ਇਸ ਚੈਪਟਰ ਨੂੰ ਗੋ ਥਰੂ ਕਰੋ, ਜੇਕਰ ਕੋਈ ਪ੍ਰੋਬਲਮ ਹੈ ਤਾਂ ਮੇਰੇ ਨਾਲ ਡਿਸਕਸ ਕਰਨਾ। ਓਕੇ, ਥੈਂਕ ਯੂ ਸੋ ਮਚ ਬੇਟਾ।